करे जे से रजाए सुध। वाहिगुरु जी का खालसा, वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजुनी सैभं गुर प्रसाद। सतनाम श्री वाहिगुरु साहिब जीओ। सतनाम श्री वाहिगुरु जीओ। सुपंत तोयं अच्युत गुणज्ञं पूर्णं बहलो कृपाला गंभीरं ऊंचै सर्वग अपारा। सुपंत तोयं अच्युत गुणज्ञं पूर्णं बहुलो कृपाला गंभीरं ऊंचै सर्वग अपारा। प्रीत्य प्रियं विश्राम चरणं अनाथ नाथे नानक शरणं। अनाथ नाथे नानक शरणं। वाहिगुरु जी का खालसा, वाहिगुरु जी की फतेह। परम सत्कारयोग गुरु प्यारी गुरु सवारी सतसंग जियो।
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਗੁਰੂ ਗੋਦ ਦਾ ਆਨੰਦ ਮਾਣਦੇ ਹੋਇਆਂ ਜਿਸ ਪਾਵਨ ਬਾਣੀ ਦਾ ਮੂਲ ਪਾਠ ਸ਼ਲੋਕ ਰੂਪ ਦੇ ਵਿੱਚ ਆਪ ਸਭ ਸੰਗਤਾਂ ਨੇ ਬਹੁਤ ਹੀ ਸ਼ਰਧਾ ਬਹੁਤ ਹੀ ਪ੍ਰੇਮ ਦੇ ਨਾਲ ਸਰਵਣ ਕਰਨਾ ਕੀਤਾ ਹੈ। ਇਹ ਪਾਵਨ ਸ਼ਲੋਕ ਸਹਿਸਕ੍ਰਿਤੀ ਬਾਣੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਲੋਕ ਨੰਬਰ 5ਵਾਂ ਹੈ। ਕੱਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜਿਵੇਂ ਆਪ ਸਭ ਸੰਗਤਾਂ ਨੂੰ ਗਿਆਤ ਹੈ ਕਿ ਆਰੰਭ ਦੇ ਪਹਿਲੇ 4 ਸ਼ਲੋਕਾਂ ਦੀ ਗੁਰਮਤ ਵਿਚਾਰ ਹੋਈ ਸੀ, ਜਿਹਦੇ ਵਿੱਚ ਆਪਾਂ ਸਰਵਣ ਕੀਤਾ ਕਿ ਕਾਂਸ਼ੀ ਤੋਂ 2 ਪੰਡਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਪਹੁੰਚਦੇ ਆ ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਦੇ ਆ ਰਾਮਸਰ, ਜੋ ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਹੈ। ਇਹ ਇੰਨਾ ਪਹਿੰਡਾ ਤੈ ਇਸ ਕਰਕੇ ਆਏ ਨੇ, ਇੰਨਾ ਪਹਿੰਡਾ ਤੈ ਇਸ ਕਰਕੇ ਕੀਤਾ ਕਿ ਲੋਕ ਤੋਂ ਪਰਲੋਕ ਦਾ ਜਿਹੜਾ ਪੈਂਡਾ ਹੈ ਨਾ, ਉਹ ਇੱਕ ਛਣ ਦੇ ਵਿੱਚ ਖਤਮ ਹੋ ਜਾਏ। ਕਿਉਂਕਿ ਅਗਰ ਇਹ ਪੈਂਡਾ ਤੈਅ ਨਾ ਕਰਦੇ ਤਾਂ ਲੋਕ ਤੋਂ ਪਰਲੋਕ ਦਾ ਪੈਂਡਾ ਬਹੁਤ ਵਧਣਾ ਸੀਗਾ। ਜਨਮ ਮਰਨ ਕਰਮਾਂ ਦਾ ਹਿਸਾਬ ਕਿਤਾਬ। ਇਹਨਾਂ ਨੇ ਆ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਕੋ ਹੀ ਗੱਲ ਪੁੱਛੀ, ਪੀਸ ਆਫ ਮਾਈਂਡ ਕਿਵੇਂ ਮਿਲੇ, ਮਨ ਦੀ ਸ਼ਾਂਤੀ ਕਿਵੇਂ ਮਿਲੇ। ਸ਼ਾਂਤੀ ਕਹਿ ਲਓ, ਆਨੰਦ ਕਹਿ ਲਓ, ਆਤਮ ਗਿਆਨ ਕਹਿ ਲਓ, ਪਰਮਾਤਮਾ ਕਹਿ ਲਓ, ਇੱਕੋ ਹੀ ਗੱਲ ਹੈ, ਕੋਈ ਫਰਕ ਨਹੀਂ, ਨਾਮਾਂ ਦਾ ਹੀ ਭੇਦ ਹੈ। ਤੇ ਗੁਰੂ ਦਾ ਸਾਧ ਸੰਗਤ ਜੀ ਇੱਕ ਫਰਜ਼ ਹੈ। ਕੀ ਫਰਜ਼ ਹੈ? ਕਿ ਜਦੋਂ ਉਪਦੇਸ਼ ਕਰਨਾ ਨਾ, ਉਪਦੇਸ਼ ਕਰਨਾ ਸਾਹਮਣੇ ਵਾਲੇ ਦੀ ਅਵਸਥਾ ਦੇ ਹਿਸਾਬ ਨਾਲ, ਕਿਉਂਕਿ ਗੁਰੂ ਕੋਲ ਤਾਂ ਸਭ ਕੁਝ ਹੈ। ਹੁਣ ਹੈਗਾ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਕੇਵਲ ਕਰਮ ਕਾਂਡ ਦੇ ਵਿੱਚ ਹੈ, ਤੇ ਗੁਰੂ ਉਹਨੂੰ ਗਿਆਨ ਕਾਂਡ ਦਾ ਉਪਦੇਸ਼ ਕਰਦੇ, ਉਹਨੂੰ ਸਮਝ ਨਹੀਂ ਆਏਗਾ। ਮਤਲਬ ਕਿ ਜਿਵੇਂ ਬੱਚਾ ਹੈ ਪਹਿਲੀ ਜਮਾਤ ਵਿੱਚ ਪੜ੍ਹਨ ਵਾਲਾ, ਤੇ ਟੀਚਰ ਉਹਨੂੰ MA ਦੀ ਸਿੱਖਿਆ ਦੇਵੇ, ਉਹਦੇ ਪੱਲੇ ਕੱਖ ਨਹੀਂ ਪੈਣਾ। ਗੁਰੂ ਵੇਖਦਾ ਕਿ ਜਿਹੜਾ ਮੇਰੇ ਕੋਲ ਸਾਹਮਣੇ ਆਇਆ ਪੁੱਛਣ, ਇਹਦੀ ਅਵਸਥਾ ਕਿਸ ਤਰ੍ਹਾਂ ਦੀ, ਇਹਦੀ ਸੋਚ ਕਿਸ ਤਰ੍ਹਾਂ ਦੀ ਹੈ। ਉਹਦੀ ਸੋਚ ਨੂੰ ਗੁਰੂ ਆਪਣੀ ਸੋਚ ਦੇ ਅਨੁਸਾਰ ਬਦਲਦਾ ਹੈ। ਇਹ 2 ਭਰਾ ਨੇ, ਕ੍ਰਿਸ਼ਨ ਲਾਲ ਤੇ ਹਰੀ ਲਾਲ। ਗੋਪਾਲ ਦੱਤ ਦੇ ਪੋਤਰੇ ਨੇ, ਬਿਸ਼ਨ ਦੱਤ ਦੇ ਵੰਸ਼ਜ ਨੇ। ਪੁੱਛਿਆ ਸਤਿਗੁਰਾਂ ਨੇ ਕਿ ਤੁਸੀਂ ਭਾਈ ਕੀ ਕਰਦੇ ਹੋ? ਕਹਿਣ ਲੱਗੇ, ਮਹਾਰਾਜ ਸੱਚੀ ਸੱਚੀ ਗੱਲ ਦਸੀਏ, ਅਸੀਂ ਅੱਜ ਤੱਕ ਧਰਮ ਵੇਚਿਆ ਹੀ ਹੈਗਾ। ਅੱਜ ਤੱਕ ਧਰਮ ਨੂੰ ਧੰਦਾ ਹੀ ਬਣਾਇਆ ਹੈ। ਲੋਕਾਂ ਦੇ ਘਰਾਂ ਵਿੱਚ ਜਾ ਕੇ ਵੇਦ ਪਾਠ ਸੁਣਾਉਂਦੇ ਆ, ਪੈਸਾ ਖੱਟ ਕੇ ਲਿਆਉਂਦੇ ਆ, ਉਹ ਘਰ ਪਰਿਵਾਰ ਦੇ ਵਿੱਚ ਦਿੰਦੇ ਆ। ਸਹੀ ਬਿਮਾਰੀ ਦੱਸੀ ਤਾਂ ਹੀ ਸਹੀ ਇਲਾਜ ਹੋਏਗਾ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ 4 ਸ਼ਲੋਕ ਦੇ ਵਿੱਚ ਪਰਿਵਾਰ ਦੇ ਪ੍ਰਤੀ ਜੋ ਮੋਹ ਹੈ ਨਾ, ਉਹਨੂੰ ਛੱਡਣਾ ਕਿਹਾ ਗਿਆ ਹੈ। ਤੇ ਜਿਹੜੇ ਪਰਿਵਾਰ ਦੇ ਵਿੱਚ ਮੋਹ ਪਾ ਕੇ ਜੀਵਨ ਬਤੀਤ ਕਰਦੇ, ਉਹਨਾਂ ਨੂੰ ਧ੍ਰਿਗ ਕਿਹਾ ਗਿਆ। ਧ੍ਰਿਗ
ਪਰਿਵਾਰ ਦੇ ਵਿੱਚ ਰਹਿਣਾ ਧ੍ਰਿਗ ਨਹੀਂ ਹੈਗਾ, ਪਰਿਵਾਰ ਬਣਾਉਣਾ ਧ੍ਰਿਗ ਨਹੀਂ ਹੈਗਾ, ਪਰਿਵਾਰ ਦੀ ਪਾਲਣਾ ਕਰਨੀ ਧ੍ਰਿਗ ਨਹੀਂ ਹੈਗਾ। ਫਿਰ ਧ੍ਰਿਗ ਕੀ ਹੈ ਕਿ ਪਰਿਵਾਰ ਨੂੰ ਹਿਰਦਾ ਦੇ ਦੇਣਾ, ਕਿਉਂਕਿ ਹਿਰਦਾ ਤਾਂ ਪਰਮਾਤਮਾ ਨੂੰ ਦੇਣਾ, ਮਹਾਰਾਜ ਨੂੰ ਦੇਣਾ, ਇਹ ਦੇ ਦਿੰਦਾ ਪਰਿਵਾਰ ਨੂੰ। ਫਿਰ ਸਾਧ ਸੰਗਤ ਜੀ ਇਹਦਾ ਜੀਵਨ ਹੀ ਧ੍ਰਿਗ। 100 ਵਾਰ ਫਿਟੇ ਮੂੰਹ, ਇੱਕ ਵਾਰ ਲਾਹਣਤ, 100 ਵਾਰ ਲਾਹਣਤਾਂ ਤੇ ਇੱਕ ਵਾਰ ਗੁਰੂ ਪਿਆਰੀ ਸਾਧ ਸੰਗਤ ਜੀ ਧ੍ਰਿਗ। ਸਤਿਗੁਰੂ ਜੀ ਬਚਨ ਕਰਦੇ, ਤ੍ਰਿਗੰਤ ਮਾਇਆ ਪਿਤਾ ਸਨੇਹੰ, ਤ੍ਰਿਗੰਤ ਸਨੇਹੰ ਭਰਾਤ ਬਾਂਧਵੈ, ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤੈ, ਤ੍ਰਿਗ ਸਨੇਹੰ ਗ੍ਰਹਸਥ ਕੈ, ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕੈ। ਇਹ ਜਿਹੜਾ ਪਰਿਵਾਰ ਦੇ ਵਿੱਚ ਤੂੰ ਮੋਹ ਪਾਇਆ ਧ੍ਰਿਗ ਹੈ, ਤੇ ਅਸਲੀ ਸੁਖ ਤੈਨੂੰ ਸਾਧ ਸੰਗਤ ਵਿੱਚ ਮਿਲੂਗਾ। ਤੇ ਆਪਾਂ ਪਹਿਲਾਂ 4 ਸ਼ਲੋਕਾਂ ਦੇ ਵਿਚਾਰ ਕਰ ਚੁੱਕੇ ਹਾਂ। ਅੱਜ ਦਾ 5ਵਾਂ ਜਿਹੜਾ ਸ਼ਲੋਕ ਹੈ, ਸਤਿਗੁਰੂ ਅੱਗੇ ਸਮਝਾਉਂਦੇ ਹੈ, ਸੁਭੰਤ ਤੋਯੰ ਅਚੁੱਤ ਗੁਣੋਗਯੰ ਪੂਰਣੰ ਬਹੁਲੋ ਕਿਰਪਾਲਾ। ਹੁਣ ਸਾਧ ਸੰਗਤ ਜੀ ਜਦ ਸਤਿਗੁਰੂ ਜੀ ਕਥਾ ਕਰ ਰਹੇ ਨੇ, ਕੁਝ ਪਤਵੰਤੇ ਗੁਰਸਿੱਖ ਵੀ ਆ ਕੇ ਬਹਿ ਗਏ। ਭਾਈ ਗੁਰਦਾਸ ਜੀ ਤਾਂ ਪਹਿਲਾਂ ਹੀ ਸੀਗੇ, ਭਾਈ ਬੰਨੋ ਵੀ ਸੀਗਾ ਨਾਲ, ਕਿਉਂਕਿ ਉਹਦੀ ਡਿਊਟੀ ਸੀਗੀ ਕਾਗਜ਼ ਕਲਮ ਦਵਾਤ ਤਿਆਰ ਕਰਕੇ ਰੱਖਣਾ। ਭਾਈ ਗੁਰਦਾਸ ਲਿਖਦੇ ਸੀਗੇ, ਤੇ ਬਾਬਾ ਬੁੱਢਾ ਜੀ ਵੀ ਆ ਗਏ ਸੀ, ਕਿਉਂਕਿ ਇਹਨਾਂ ਦੋਨਾਂ ਨੂੰ ਬਾਬਾ ਬੁੱਢਾ ਜੀ ਲੈ ਕੇ ਆਏ ਸੀ। ਕੁਝ ਚੋਣਵੇਂ ਗੁਰਸਿੱਖ ਹੋਰ ਆ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਬੜਾ ਸੁੰਦਰ ਉਪਦੇਸ਼ ਕਰਦੇ ਹੈਗੇ। ਆਓ ਪਹਿਲਾਂ ਸ਼ੁਕਰਾਨਾ ਕਰ ਲਈਏ ਉਸ ਈਸ਼ਵਰ ਦਾ ਬੜੇ ਪਿਆਰ ਨਾਲ। ਵਾਹਿਗੁਰੂ 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 ਸੁਪੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਇਹ ਤੋਂ ਪਹਿਲਾਂ ਜਿਹੜਾ ਸ਼ਲੋਕ ਹੈ, ਚੌਥਾ ਨੰਬਰ, ਉਹਦੇ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ ਸੀ ਇਹਨਾਂ ਦੋਨਾਂ। ਬੜਾ ਸੁੰਦਰ ਬਚਨ ਕੀਤਾ ਮਹਾਰਾਜ ਨੇ। ਹਰ 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 ਹਰੇ ਜਪੰਤ। ਕਿ ਚੱਕਰਾਂ 'ਚ ਨਿਕਲਣਾ ਚਾਹੁੰਦੇ ਹੋ ਤਾਂ ਪ੍ਰਮਾਤਮਾ ਨੂੰ ਜਪੋ, ਉਸ ਈਸ਼ਵਰ ਨੂੰ ਜਪੋ। ਹੁਣ ਜਿਹਨੂੰ ਜਪਣਾ ਉਹਦੇ ਬਾਰੇ ਸਾਨੂੰ ਪਤਾ ਵੀ ਹੋਣਾ ਚਾਹੀਦਾ। ਕੈਸਾ ਸੁਭਾਅ ਹੈ, ਕਿੰਨੀ ਪਾਵਰ ਹੈ, ਸਾਡੇ ਤੋਂ ਕਮਜ਼ੋਰ ਹੈ, ਤਾਕਤਵਰ ਹੈ, ਵੱਡਾ ਛੋਟਾ ਹੈ। ਕਿਸੇ ਦੇ ਪ੍ਰਤੀ ਤਾਂ ਹੀ ਝੁਕਾਂਗੇ ਜੇ ਸਾਡੇ ਤੋਂ ਸਾਧ ਸੰਗਤ ਜੀ ਸੁਪੀਰੀਅਰ ਹੋਏਗਾ, ਜਾਂ ਐਵੇਂ ਝੁਕ ਜਾਵਾਂਗੇ। ਸਤਿਗੁਰਾਂ ਨੇ ਬਚਨ ਕੀਤਾ, ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਣੰਤ ਅਸਥਿਰੰ। ਕਿ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਪ੍ਰਮਾਤਮਾ ਨੂੰ ਜਪ। ਤੇ ਉਹ ਪ੍ਰਮਾਤਮਾ ਕੈਸਾ ਹੈ ਉਹਦੇ ਬਾਰੇ ਮਹਾਰਾਜ ਜੀ ਬਚਨ ਕਰਦੇ, ਸੁਪੰਤ ਤੋਯੰ ਅਚੁੱਤ ਗੁਣਗਯੰ ਪੂਰਣੰ ਬਹੁਲੋ ਕਿਰਪਾਲਾ। ਕਿ ਭਾਈ ਉਹ ਪ੍ਰਮਾਤਮਾ ਬੜਾ ਕਿਰਪਾਲੂ ਹੈ, ਪੂਰਨ ਹੈ ਹਰ ਜਗ੍ਹਾ। ਕੋਈ ਐਸਾ ਜ਼ਰਰਾ ਇਸ ਸ੍ਰਿਸ਼ਟੀ ਦਾ ਹੋਵੇ ਜਿੱਥੇ ਮਹਾਰਾਜ ਨਾ ਹੋਵੇ। ਸ੍ਰਿਸ਼ਟੀ ਤਾਂ ਕਿ ਸ੍ਰਿਸ਼ਟੀ ਤੋਂ ਪਰੇ ਵੀ ਜੋ ਜਗ੍ਹਾ ਹੈ ਨਾ, ਉੱਥੇ ਵੀ ਮਹਾਰਾਜ ਬਿਰਾਜਮਾਨ ਹੈ।
ਆ ਸ੍ਰਿਸ਼ਟੀ ਤਾਂ ਇੱਕ ਛੋਟਾ ਜਿਹਾ ਹਿੱਸਾ ਹੈ। ਇਹ ਜਿਹੀਆਂ ਸ੍ਰਿਸ਼ਟੀਆਂ ਪਤਾ ਨਹੀਂ ਕਿੰਨੀਆਂ ਤੁਰੀਆਂ ਫਿਰਦੀਆਂ। ਜਿਵੇਂ ਇੱਕ ਨਦੀ ਵਗਦੀ ਹੈ, ਉਹਦੇ ਦੋਨਾਂ ਪਾਸੇ ਰੁੱਖ ਨੇ ਨਦੀ ਦੇ ਵੱਲ ਝੁਕਦੇ, ਕਿੰਨੇ ਹੀ ਪੱਤੇ ਉਸ ਨਦੀ ਵਿੱਚ ਡਿੱਗਦੇ ਆ, ਤਰਦੇ ਫਿਰਦੇ ਨੇ ਨਾ। ਐਵੇਂ ਸਮਝ ਲਓ ਪੱਤਿਆਂ ਦੇ ਵਾਂਗ ਬ੍ਰਹਿਮੰਡ ਨੇ। ਆਪਣਾ ਇੱਕ ਹੈ ਬ੍ਰਹਿਮੰਡ ਨਾ, ਇਹੋ ਜਿਹੇ ਕਿੰਨੇ ਬ੍ਰਹਿਮੰਡ ਤੁਰੇ ਫਿਰਦੇ ਹੈਗੇ। ਜਾਂ ਇਉਂ ਕਹੀਏ ਜਿਵੇਂ ਮਨੁੱਖ ਸਵਾਸ ਲੈਂਦਾ, ਸਵਾਸ ਲੈਂਦਾ ਤੇ ਕਈ ਜੀਵਾਣੂ ਆਪਣੇ ਅੰਦਰ ਖਿੱਚਦਾ, ਤੇ ਜਦੋਂ ਸਵਾਸ ਛੱਡਦਾ ਤੇ ਕਈ ਜੀਵਾਣੂ ਬਾਹਰ ਕੱਢਦਾ ਨਾ ਕਰੇ, ਕਿੰਨੇ ਆਉਂਦੇ ਕਿੰਨੇ ਜਾਂਦੇ। ਐਵੇਂ ਹੀ ਜਦੋਂ ਈਸ਼ਵਰ ਸਵਾਸ ਲੈਂਦਾ, ਅਨੰਤ ਕੋਟ ਬ੍ਰਹਿਮੰਡਾਂ ਨੂੰ ਨਸ਼ਟ ਕਰ ਦਿੰਦਾ। ਜਦੋਂ ਸਵਾਸ ਛੱਡਦਾ ਤਾਂ ਅਨੰਤ ਕੋਟ ਬ੍ਰਹਿਮੰਡ ਬਣਾ ਦਿੰਦਾ ਉਹ ਈਸ਼ਵਰ ਪਰਮਾਤਮਾ। ਪਤਾ ਨਹੀਂ ਕਿੰਨੇ ਹੀ ਸਾਧ ਸੰਗਤ ਜੀ ਇਹ ਬ੍ਰਹਿਮੰਡ ਨੇ, ਤੇ ਸਾਰੇ ਬ੍ਰਹਿਮੰਡਾਂ ਵਿੱਚ ਈਸ਼ਵਰ ਪੂਰਨ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸਤਿਗੁਰੂ ਜੀ ਕਹਿੰਦੇ ਉਹ ਪੂਰਨ ਹੈ, ਗੁਣਗਯੰ, ਅਰਥਾਤ ਗੁਣਾਂ ਦਾ ਮਾਲਕ ਹੈ। ਇਹ ਨਹੀਂ ਕਹਿ ਸਕਦੇ ਕਿ ਮਹਾਰਾਜ ਵਿੱਚ ਗੁਣ ਹੈਗੇ ਆ। ਇਹਦਾ ਮਤਲਬ ਅਗਰ ਮਹਾਰਾਜ ਵਿੱਚ ਗੁਣ ਹੈਗੇ ਆ ਤੇ ਮਹਾਰਾਜ ਅਤੇ ਗੁਣ ਵੱਖਰੇ ਹੋ ਗਏ। ਅਗਰ ਮਹਾਰਾਜ ਵਿੱਚ ਗੁਣ ਹੈਗੇ ਆ ਅੱਜ ਬਹੁਤੇ ਆ, ਇਹਦਾ ਮਤਲਬ ਕੱਲ ਘੱਟ ਸੀਗੇ। ਨਹੀਂ, ਮਹਾਰਾਜ ਖੁਦ ਗੁਣ ਨੇਗੇ। ਗੰਭੀਰੰ ਊਚੈ ਸਰਬੱਗ ਅਪਾਰਾ। ਪਰਮਾਤਮਾ ਗੰਭੀਰ ਹੈ, ਮਤਲਬ ਛੇਤੀ ਨਹੀਂ ਉਛਲਦਾ, ਛੇਤੀ ਨਹੀਂ ਉਬਲਦਾ। ਨਦੀਆਂ ਦੇ ਵਿੱਚ ਥੋੜਾ ਜਿਹਾ ਪਾਣੀ ਵੱਧ ਪੈ ਜਾਵੇ, ਇਹ ਆਪਣੇ ਕਿਨਾਰੇ ਤੋੜ ਦਿੰਦੀਆਂ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੀਆਂ। ਥੋੜਾ ਪਾਣੀ ਵੀ ਨਹੀਂ ਆਪਣੇ ਅੰਦਰ ਪਹੁੰਚਾ ਸਕਦੀਆਂ। ਪਰਮਾਤਮਾ ਦੀ ਗੱਲ ਕਰੀਏ ਤਾਂ ਸਮੁੰਦਰ ਦੇ ਵਿੱਚ ਬੇਹਿਸਾਬ ਨਦੀਆਂ ਪੈ ਰਹੀਆਂ। ਸਮੁੰਦਰ ਕਦੇ ਉਛਲਦਾ, ਆਪਣਾ ਕਿਨਾਰਾ ਤਿਆਗਦਾ? ਨਹੀਂ। ਮਨੁੱਖ ਨੂੰ ਥੋੜੀ ਜਿਹੀ ਪ੍ਰਭੁਤਾ ਮਿਲ ਜਾਵੇ, ਇਹ ਤਾਂ ਕਹਿੰਦਾ ਮੈਂ ਹੀ ਸਾਰਾ ਕੁਝ ਹਾਂ, ਸਭ ਮੇਰੇ ਅਕੋਰਡਿੰਗ ਚੱਲੋ, ਮੈਂ ਲੁੱਟ ਕੇ ਖਾ ਜਾਊਂਗਾ ਦੂਜਿਆਂ ਨੂੰ। ਥੋੜੀ ਜਿਹੀ ਸ਼ਕਤੀ ਪ੍ਰਾਪਤ ਹੋਵੇ ਤਾਂ ਆਪ ਗੁਰੂ ਨੇ ਰੱਬ ਬਣ ਕੇ ਬਹਿ ਜੂ, ਉਛਲ ਜਾਂਦਾ ਹੈ। ਤੇ ਮਹਾਰਾਜ ਇੰਨੀਆਂ ਸ਼ਕਤੀਆਂ ਦਾ ਮਾਲਕ ਹੈ, ਫਿਰ ਵੀ ਸ਼ਾਂਤ ਹੈ। ਸੁਭਾਅ 'ਚ ਕੋਈ ਪਰਿਵਰਤਨ ਨਹੀਂ। ਕੋਈ ਹੈ ਪਰਿਵਰਤਨ? ਨਦੀ ਵਿੱਚੋਂ ਪਾਣੀ ਘਟੇਗਾ ਤਾਂ ਸੁੱਕ ਜਾਂਦੀ ਹੈ। ਸਮੁੰਦਰ ਕਦੇ ਸੁੱਕਦਾ? ਈਸ਼ਵਰ ਨੂੰ ਥੋੜਾ ਜਿਹਾ ਦੁੱਖ ਆ ਜਾਵੇ, ਇਹ ਮਰਨ ਦੇ ਬਰਾਬਰ ਹੋ ਜਾਂਦਾ ਹੈ। ਇਸ ਮਨੁੱਖ ਨੂੰ ਥੋੜਾ ਜਿਹਾ ਦੁੱਖ ਆ ਜਾਏ, ਮਰਨ ਦੇ ਬਰਾਬਰ ਹੋ ਜਾਂਦਾ ਹੈ। ਈਸ਼ਵਰ ਨੂੰ ਕੋਈ ਫਰਕ ਪੈਂਦਾ? ਪੂਰੇ ਦਾ ਪੂਰਾ ਬ੍ਰਹਿਮੰਡ ਨਾਸ ਹੋ ਜਾਏ, ਮਹਾਰਾਜ ਨੂੰ ਕੋਈ ਫਰਕ ਨਹੀਂ ਪੈਂਦਾ। ਨਦੀ ਦੇ ਤਲੇ ਤੇ ਕੀ ਹੈ? ਨਦੀ ਬੜੀ ਛੇਤੀ ਭੇਦ ਦੇ ਦਿੰਦੀ ਹੈ। ਸਮੁੰਦਰ ਦਾ ਸਭ ਤੋਂ ਵੱਡਾ ਗੁਣ ਸਮੁੰਦਰ ਗੰਭੀਰ ਹੈ। ਸਮੁੰਦਰ ਦੇ ਤਲੇ ਤੇ ਕੀ ਹੈ? ਸਮੁੰਦਰ ਕਦੀ ਕਿਸੇ ਨੂੰ ਭੇਦ ਨਹੀਂ ਦਿੰਦਾ। ਉੱਪਰ ਦੀਆਂ ਲਹਿਰਾਂ ਤੋਂ ਕਦੀ ਨਾ ਸੋਚਿਓ ਕਿ ਸਮੁੰਦਰ ਥੱਲੇ ਸ਼ਾਂਤ ਹੈ ਜਾਂ ਅਸ਼ਾਂਤ ਹੈ। ਉੱਪਰ ਦੀਆਂ ਲਹਿਰਾਂ ਤਾਂ ਵੈਸੇ ਹੀ ਹੁੰਦੀਆਂ, ਸਮੁੰਦਰ ਦਾ ਭੇਦ ਨਹੀਂ ਮਿਲਦਾ। ਉਹ ਪਰਮੇਸ਼ਰ ਪਰਮਾਤਮਾ ਗੰਭੀਰ ਹੈ, ਉੱਚਾ, ਅਰਥਾਤ ਸਭ ਤੋਂ ਗੁਣਾ ਕਰਕੇ ਉੱਚਾ ਹੈ। ਮਹਾਰਾਜ ਪਰਮੇਸ਼ਰ ਤੋਂ ਉੱਚਾ ਕੋਈ ਨਹੀਂ। ਸਰਬੱਗ, ਪਰਮਾਤਮਾ ਤੋਂ ਜ਼ਿਆਦਾ ਪਾਵਰਫੁਲ ਇਸ ਸੰਸਾਰ ਦੇ ਵਿੱਚ ਹਰੀ ਲਾਲ ਜੀ ਕੋਈ ਨਹੀਂ ਹੈਗਾ। ਕ੍ਰਿਸ਼ਨ ਲਾਲ ਜੀ, ਤੁਸੀਂ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਹੋ? ਦੇਵੀ ਦੇਵਤਿਆਂ ਨੂੰ ਪੂਜਦੇ ਹੋ? ਇਹ ਪਤਾ ਨਹੀਂ ਕਿੰਨੇ ਦੇਵੀ ਦੇਵਤਾ ਹੋ ਗਏ, ਬੇਹਿਸਾਬ ਹੋ ਗਏ। ਇੱਕ ਪਾਸੇ ਤਾਂ ਕਹਿੰਦੇ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ, ਪਰ ਦੇਵੀ ਦੇਵਤੇ ਕਿੰਨੇ ਹੋਏ ਨੇ? ਜਿਹੜਾ ਕ੍ਰਿਸ਼ਨ ਨੂੰ ਮੰਨਦਾ ਹੈ ਉਹ ਸ਼ਿਵ ਜੀ ਨੂੰ ਨਹੀਂ ਮੰਨਦਾ, ਉਹ ਵਿਸ਼ਨੂੰ ਨੂੰ ਨਹੀਂ ਮੰਨਦਾ, ਉਹ ਕਾਲੀ ਨੂੰ ਨਹੀਂ ਮੰਨਦਾ, ਉਹ ਗਣੇਸ਼ ਨੂੰ ਨਹੀਂ ਮੰਨਦਾ। ਜਿਹੜਾ ਰਾਮ ਨੂੰ ਮੰਨਦਾ ਬਾਕੀਆਂ ਨੂੰ ਨਹੀਂ ਮੰਨਦਾ। ਭਗਵਾਨ ਵੀ ਵੱਖਰੇ ਵੱਖਰੇ ਬਣ ਗਏ।
ਵਾਲਮੀਕੀ ਰਮਾਇਣ ਦੇ ਵਿੱਚ ਲਿਖਿਆ ਪਤਾ ਨਹੀਂ ਕਿੰਨੇ ਵਾਰ ਰਾਮ ਹੋ ਗਿਆ ਵਾ। ਸ਼੍ਰੀਮਦ ਭਾਗਵਤ ਦੇ ਵਿੱਚ ਲਿਖਿਆ ਕ੍ਰਿਸ਼ਨ ਕਿੰਨੇ ਵਾਰ ਆ ਗਏ ਨੇ। एक शिव पए एक गए एक फिर पए, रामचंद्र कृष्ण के अवतार भी अनेक हैं। बेसाब ने ब्रह्मा विष्णु कहते, वेदो पुराण कहते, सिमरत समोहन के होए बितदे हैं। पता नहीं किन्ने ब्रह्मा किन्ने विष्णु हो गए ने, परमात्मा तो एक है। तुसीं इन्हां चों किहनूं किहनूं पूजोगे? रब बना के बैठे हो। सर्वज्ञ उच्च है, अर्थात पार ब्रह्म परमेश्वर सब तो सुप्रीम है, तो गुणा करके सब तो ऊंचा है, अपारा। ऐसे परमात्मा का कोई पारावार नहीं पा सकता। प्रीत्य प्रियं विश्राम चरणं, प्रीत्य प्रियं अर्थात अपने भगतां दा प्यारा है। महाराज अपने भगतां दा प्यारा है। महाराज नूं कोई वस नहीं कर सकता, पर महाराज भगतां दे वस आ जांदा है। महाराज नूं कोई नहीं अपने वस कर सकता, अधीन कर सकता, पर गोविंद भाओ भगत का भुखा। तू भगतां के वस भगता ताण तेरा। परमात्मा कहता मेरी बांधी भगत छुड़ावे, भगतन बांधी छूटे ना मोते। मेरी प्रतिज्ञा होवे भगत टाल दिंदे आ, भगतां दी प्रतिज्ञा मैं नहीं टाल सकदा। वो भगतां दा प्यारा है। प्रीत्य प्रियं विश्राम चरणं, कहंदे भगतां दा विश्राम किथे है? हरि दे चरणां दे विच है। अनाथ नाथे नानक शरणं, के भाई उसे परमात्मा की शरण दे विच जाओ कि महाराज तू अनाथां दा नाथ है, तू कृपालु है, तू दयालु है। असी तेरी शरण दे विच आया। सगल द्वार को छड़ के गयो तुम्हारे द्वार, वाहें के किला जस गोविंद दास स्वर। मैं ना गणेश प्रथम मनाऊं, किशन बिशन कबू ना त्याऊं। मैं नहीं किसी नूं जपदा, सिर्फ तुहानूं जपदा महाराज, सिर्फ तुहाडा चिंतन करदा महाराज। तुसीं की हो मैनूं नहीं पता। सरगुण हो, निर्गुण हो, सचखंड च रहिंदे हो, बैकुंठ च रहिंदे हो, राम लोक च रहिंदे हो, कृष्ण लोक च रहिंदे हो, राधा हो, कृष्ण हो, शिवजी हो, पार्वती हो, गुरु नानक हो, की हो मैनूं नहीं पता, पर जो भी हो मैं तुहाडी शरण दे विच हां। मैनूं अपना बना लो, मैनूं अपना बना लो। कि ऐसे पार ब्रह्म परमेश्वर परमात्मा की शरण च जाओ, वो तुहाडी रखिया करेगा। कहंदे किवें किवें रखिया करेगा महाराज? फिर अगे गुरु प्यारी साध संगत जी श्री गुरु अर्जन देव महाराज जी प्रमाण दे के समझाउंदे है। मृगी पैखंत बदिक प्राहेरणेण, लख्या आवधै अहो जस्य रखेण गोपालै, नानक रोम न छेद्यते। प्रमाण दिंदे है हिरन दा। कहंदे परमात्मा किवें रखिया करदा है? मृगी पैखंत बदिक प्रहारेण, अर्थात जंगल दे विच एक हिरनी सुती पई है, गर्भवती हैगी, ज़्यादा तुर नहीं सकती, पेट दे विच कुख च बच्चा है, गूढ़ी नींदर सुती पई है। सुती सुती ने की वेख्या? कुछ खड़ाक हो रहा। अख खुली, उन्हें वेख्या एक पासे अग लगी हुई है, बहुत अग लगी हुई है, दूजे पासे जाल पाया होया, तीजे पासे शिकारी कुत्ता खड़िया, चौथे पासे शिकारी खुद तीर कमान लैके खड़े है। हुण हिरनी की करेगी? जे अग टपन लगती है तो शरीर लू हो जाएगा, जे सामने भजदी है जाल आ जाएगा, उस फस जाएगी, जे सज्जे भजदी है कुत्ता पै जाएगा, जे पिछे भजदी है शिकारी है, जे खब्बे भजदी है अग है, चारे पासे तो फस गई। की करे? की करे हिरनी?
ਇਹ ਸਾਧ ਸੰਗਤ ਜੀ ਸਿਧਾਂਤ ਹੈ, ਰੂਲ ਹੈ ਕਿ ਜਦੋਂ ਸਾਰੇ ਹੀ ਛੱਡ ਜਾਣ, ਕੋਈ ਆਸਰਾ ਨਾ ਹੋਵੇ, ਤੇ ਪ੍ਰਮਾਤਮਾ ਫਿਰ ਆਸਰਾ ਬਣ ਜਾਂਦਾ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਉਹ ਮਹਾਰਾਜ ਬਣ ਜਾਂਦਾ, ਉਹ ਪ੍ਰਮਾਤਮਾ ਬਣ ਜਾਂਦਾ, ਈਸ਼ਵਰ ਬਣ ਜਾਂਦਾ, ਅਗਰ ਸਾਰੇ ਛੱਡ ਦੇਣ। ਸਾਰੇ ਇਹਨੂੰ ਛੱਡ ਦੇਣ ਜਾਂ ਇਹ ਸਾਰੇ ਨੂੰ ਛੱਡ ਦੇਣ, ਮਤਲਬ ਇਹਦੇ ਕੋਲ ਕੋਈ ਨਾ ਰਵੇ। ਹਿਰਨੀ ਉੱਥੇ ਬਹਿ ਜਾਂਦੀ ਹੈ ਅੱਖਾਂ ਬੰਦ ਕਰਕੇ, ਉਸ ਪਰਮ ਇਲਾਹੀ ਨੂਰ ਨੂੰ ਬੇਨਤੀ ਕਰਦੀ ਹੈ ਕਿ ਮੈਂ ਆਸਮਰੱਥ ਹਾਂ, ਮੈਂ ਨਾਹੀ ਕਛਾਉ ਨਾਹੀ, ਕਛਾਹੇ ਨਾ ਮੋਰਾ, ਔਸਰ ਲੱਜਾ ਰਾਖ ਲਿਓ ਸਤਨਾ ਜਨ ਤੋਰਾ। ਮਹਾਰਾਜ ਮੇਰੇ ਪੱਲੇ ਕੱਖ ਨਹੀਂ ਹੈਗਾ, ਮੈਂ ਕੁਝ ਨਹੀਂ ਕਰ ਸਕਦੀ, ਮੈਂ ਤੇਰੇ ਪਰਾਇਣ, ਤੇਰੀ ਸ਼ਰਨ ਦੇ ਵਿੱਚ ਆਈ ਹਾਂ। ਈਸ਼ਵਰ ਕਿਰਪਾ ਕਰਦਾ। ਆਮ ਲੋਕ ਕਹਿੰਦੇ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗੀ, ਕਹਿੰਦੇ ਨੇ ਨਾ, ਗੁੱਸਾ ਕੀ ਮਾਫ ਕਰਨਾ, ਬਹੁਤ ਗਲਤ ਕਹਿ ਰਹੇ ਨੇ। ਪਰਮਾਤਮਾ ਦੇ ਘਰ ਨਾ ਤਾਂ ਹਨੇਰ ਹੈ ਤੇ ਨਾ ਹੀ ਦੇਰ ਹੈ। ਮਨੁੱਖ ਦੇ ਅੰਦਰ ਉਤਾਵਲਾਪਨ ਆ ਜਾਂਦਾ ਹੈ, ਮਨੁੱਖ ਦੇ ਅੰਦਰ ਉਤਾਵਲਾਪਨ ਆ ਜਾਂਦਾ ਹੈ, ਕਿਉਂਕਿ ਪਰਮਾਤਮਾ ਨੇ ਸੁਨਿਸ਼ਚਿਤ ਕਰਤਾ ਕਿ ਫਲਾਣਾ ਕੰਮ ਇਸ ਟਾਈਮ ਕਰਨਾ ਹੈਗਾ। ਇਹਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਇਸ ਕਰਕੇ ਉਤਾਵਲਾ ਹੋ ਜਾਂਦਾ, ਕਹਿੰਦਾ ਪਰਮਾਤਮਾ ਦੇ ਘਰ ਤਾਂ ਦੇਰ ਹੈ ਭਾਈ, ਦੇਰ ਨਹੀਂ ਹੈਗੀ। ਪਰਮਾਤਮਾ ਤਾਂ ਬੜੀ ਛੇਤੀ ਕਿਰਪਾ ਕਰਦਾ। ਇੱਕੋ ਦਮ ਹਨੇਰੀ ਚੱਲ ਪਈ, ਨੇਰ ਚੱਲ ਪਿਆ। ਉਹ ਜਾਲ ਸੀ ਜਿਹੜਾ ਉੱਡਿਆ, ਅੱਗ ਦੇ ਵਿੱਚ ਪੈ ਗਿਆ, ਉਹ ਸੜ ਗਿਆ ਜੀ। ਸ਼ਿਕਾਰੀ ਦੀਆਂ ਅੱਖਾਂ ਦੇ ਵਿੱਚ ਹਨੇਰੀ ਕਰਕੇ ਮਿੱਟੀ ਕੱਟਾ ਪੈ ਗਿਆ। ਉਹ ਹੜਬੜਾ ਗਿਆ ਵੀ ਹਿਰਨੀ ਭੱਜ ਨਾ ਜਾਵੇ, ਉਹਨੇ ਤੀਰ ਛੱਡਿਆ, ਉਹਦੀ ਡਾਇਰੈਕਸ਼ਨ ਚੇਂਜ ਹੋ ਗਈ, ਉਹ ਤੀਰ ਕੁੱਤੇ ਨੂੰ ਵੱਜ ਗਿਆ। ਅੱਗ ਦੇ ਵਿੱਚ ਜਾਲ ਪੈ ਗਿਆ, ਜਾਲ ਵੀ ਖਤਮ ਤੇ ਕੁੱਤਾ ਵੀ ਖਤਮ। ਤੇ ਫਿਰ ਕੀ ਹੋਇਆ, ਕੋਲੇ ਕੋਈ ਖੁੱਡ ਹੋਏਗੀ, ਉੱਥੋਂ ਸੱਪ ਨਿਕਲਿਆ ਤੇ ਉਹਨੇ ਸ਼ਿਕਾਰੀ ਨੂੰ ਡੰਗ ਮਾਰ ਦਿੱਤਾ, ਸ਼ਿਕਾਰੀ ਦਾ ਹੀ ਭੋਗ ਪੈ ਗਿਆ। ਤੇ ਫਿਰ ਪਰਮਾਤਮਾ ਦੀ ਐਸੀ ਕਿਰਪਾ ਹੋਈ, ਮੀਂਹ ਪੈ ਗਿਆ, ਉਹ ਅੱਗ ਬੁਝ ਗਈ। ਹਿਰਨੀ ਉੱਥੇ ਬੈਠੀ ਹੈ ਮੌਜਾਂ ਨਾਲ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਐਸਾ ਪਰਮਾਤਮਾ ਐਸੀ ਕਿਰਪਾ ਕਰਦਾ ਹੈ। ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ, ਲਖਿਆ ਆਵਦੈ ਉਹ ਜਸ ਰਖੇਣ ਗੋਪਾਲੈ, ਨਾਨਕ ਰੋਮ ਨਾ ਛੇਦਿਆ। ਤੇ ਕਹਿੰਦੇ ਇੱਕ ਵਾਲ ਨਹੀਂ ਵਿੰਗਾ ਕਰ ਸਕਿਆ, ਇੱਕ ਵਾਲ ਵਿੰਗਾ ਨਹੀਂ ਕਰ ਸਕਿਆ, ਇੱਕ ਵਾਲ ਨਹੀਂ। ਐਵੇਂ ਪ੍ਰਮਾਤਮਾ ਕਿਰਪਾ ਕਰਦਾ। ਇਹ ਸੰਸਾਰ ਦੀ ਮਾਇਆ ਜਾਲ ਪਾ ਦਿੰਦੀ ਹੈ। ਵਿਸ਼ੇ ਵਿਕਾਰ ਸਾਧ ਸੰਗਤ ਜੀ ਇਹ ਕਿਹੜੇ ਨੇ? ਕੁੱਤੇ ਨੇ। ਇਹ ਕਲਯੁਗ ਸ਼ਿਕਾਰੀ ਹੈ। ਆਸ਼ਾ ਤ੍ਰਿਸ਼ਨਾ ਦੇ ਅੱਗ ਜਲਦੀ ਪਈ ਹੈ, ਸਮਾਧੀ ਦੇ ਵਿੱਚ ਜੀ ਬੈਠਾ ਹੈ। ਅੱਖ ਖੋਲਦਾ ਕਿ ਵੇਖਦਾ ਕਲਯੁਗ ਨੇ ਮੈਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ ਸਾਰਾ ਸਿਸਟਮ ਤਿਆਰ ਕੀਤਾ। ਤ੍ਰਿਸ਼ਨਾ ਦੀ ਅੱਗ ਬਾਲਦੀ ਪਈ ਹੈ, ਇੱਛਾਵਾਂ ਦਾ ਜਾਲ ਪਾਇਆ ਪਿਆ, ਵਿਸ਼ਿਆਂ ਦਾ ਕੁੱਤਾ ਹੈਗਾ, ਸ਼ਿਕਾਰੀ ਬਣਿਆ ਕਲਯੁਗ। ਇਹਨੇ ਤੀਰ ਮਾਰਨਾ ਹੈ, ਮੇਰਾ ਪਰਮਾਰਥ ਖਤਮ। ਇਹ ਫਿਰ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਰੱਖ ਲਓ, ਰੱਖ ਲਓ ਮਹਾਰਾਜ, ਰੱਖ ਲਓ। ਮੇਲ ਲਿਓ ਦਿਆਲ ਢਹਿ ਪਏ ਦੁਆਰਿਆ, ਸਗਲ ਦੁਆਰ ਕੋ ਛੱਡ ਕੇ ਗਿਆ ਦੁਆਰ ਦੁਆਰ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਮੈਂ ਤੁਹਾਡੀ ਸ਼ਰਨ ਚ ਆਇਆ ਮਹਾਰਾਜ। ਤੇ ਫਿਰ ਪ੍ਰਮਾਤਮਾ ਕੀ ਕਰਦਾ ਹੈ? ਸਤ ਸੰਗਤ ਦੇ ਵਿੱਚ ਗਿਆਨ ਦੀ ਆਂਧੀ ਆਉਂਦੀ ਹੈ ਜੀ। ਉਹ ਜਿਹੜੀ ਸਾਧ ਸੰਗਤ ਜੀ ਆਸ਼ਾ ਤ੍ਰਿਸ਼ਨਾ ਦਾ ਜਾਲ ਬਣਿਆ ਨਾ, ਉਹ ਖਤਮ ਹੋ ਜਾਂਦਾ। ਵਿਸ਼ਿਆਂ ਦੀ ਜਿਹੜੀ ਅੱਗ, ਤ੍ਰਿਸ਼ਨਾ ਦੀ ਅੱਗ ਹੈਗੀ ਹੈ, ਉਹ ਬੁਝ ਜਾਂਦੀ ਹੈ। ਵਿਕਾਰਾਂ ਦਾ ਕੁੱਤਾ ਉਹ ਮਰ ਜਾਂਦਾ ਹੈਗਾ। ਜਿਹੜਾ ਕਲਯੁਗ ਹੈ, ਜਿਹੜਾ ਜੀਵ ਨੂੰ ਭੁਲਾਉਂਦਾ ਹੈ, ਉਹਨੂੰ ਗੁਰੂ ਪਿਆਰੀ ਸਾਧ ਸੰਗਤ, ਸਤ ਸੰਗਤ ਦੇ ਵਿੱਚ
ਗਿਆਨ ਰੂਪੀ ਸੱਪ ਆ ਕੇ ਡੰਗ ਮਾਰ ਲੈਂਦਾ, ਉਹ ਮਰ ਜਾਂਦਾ। ਤੇ ਇਹ ਜਿਹੜਾ ਪ੍ਰਮਾਤਮਾ ਦਾ ਪਿਆਰਾ, ਇਹ ਚੌਕੜਾ ਮਾਰ ਕੇ ਬਹਿ ਕੇ ਨਾਮ ਜਪਦਾ ਰਹਿੰਦਾ, ਬੰਦਗੀ ਕਰਦਾ ਰਹਿੰਦਾ। ਭਾਈ ਐਵੇਂ ਪ੍ਰਮਾਤਮਾ ਰੱਖਿਆ ਕਰਦਾ, ਈਸ਼ਵਰ ਰੱਖਿਆ ਕਰਦਾ। ਅਗਲਾ ਪ੍ਰਮਾਣ ਦਿੰਦੇ ਆ, ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ ਬਿਕਮ ਥਾਨ ਬਸੰਤ ਊਚੈ ਨਹਿ ਸਿਮਰੰਤ ਮਰਣੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਆਖਰਖ ਤੇ। ਹੁਣ ਅਗਲਾ ਪ੍ਰਮਾਣ, ਇਹ ਕਿਹੜਾ ਸ਼ਲੋਕ ਹੈਗਾ? ਇਹ 6ਵਾਂ ਸ਼ਲੋਕ ਹੈ, ਗੁਸਤਾਖੀ ਮਾਫ ਕਰਨਾ, 7ਵਾਂ ਸ਼ਲੋਕ ਹੈਗਾ। ਹੁਣ ਅਗਲਾ ਪ੍ਰਮਾਣ ਦਿੰਦੇ ਐ, ਬਹੁ ਜਤਨ ਕਰਤਾ ਬਲਵੰਤ ਕਾਰੀ। ਬਲਵੰਤ ਕਹਿੰਦੇ ਬਲ ਕਰਕੇ, ਬਲ ਕਰਕੇ ਮਨੁੱਖ ਯਤਨ ਕਰਦਾ ਹੈ। ਸੇਵੰਤ ਸੂਰਾ ਚਤੁਰ, ਸਾਰੇ ਪਾਸੇ ਸੂਰਮੇ ਉਹਦੀ ਸੇਫਟੀ ਕਰ ਰਹੇ ਨੇ। ਇਹ 'ਚ ਇੱਕ ਪ੍ਰਮਾਣ ਬੜਾ ਸੁੰਦਰ ਮਹਾਰਾਜ ਦੇ ਰਹੇ ਨੇ। ਜਦੋਂ ਪ੍ਰਮਾਤਮਾ ਰੱਖਣ ਤੇ ਆਉਂਦਾ ਕੋਈ ਮਾਰ ਨਹੀਂ ਸਕਦਾ, ਜਦੋਂ ਪ੍ਰਮਾਤਮਾ ਮਾਰਨ ਤੇ ਆਉਂਦਾ ਹੈ ਫਿਰ ਕੋਈ ਰੱਖ ਨਹੀਂ ਸਕਦਾ। ਜਿਨ ਕੀ ਚੀਰੀ ਦਰਗਹਿ ਪਾਟੀ ਤੰਨਾ ਮਰਣਾ ਭਾਈ। ਤੇ ਜਦੋਂ ਰੱਖਦਾ ਹੈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲਗਾ ਨਾ ਭਾਈ, ਫਿਰ ਕੋਈ ਕੁਛ ਕਹਿ ਨਹੀਂ ਸਕਦਾ। ਜਦੋਂ ਉਹਨੇ ਰੱਖਣਾ ਫਿਰ ਕੋਈ ਮਾਰ ਨਹੀਂ ਸਕਦਾ, ਜਦੋਂ ਉਹਨੇ ਮਾਰਨਾ ਫਿਰ ਕੋਈ ਰੱਖ ਨਹੀਂ ਸਕਦਾ। ਪਾਂਡਵਾਂ ਦਾ ਇੱਕ ਵੰਸ਼ਜ ਹੋਇਆ ਹੈ ਜਿਹਦਾ ਨਾਮ ਹੈ ਪ੍ਰੀਕਸ਼ਿਤ। ਬੜਾ ਧਰਮਾਤਮਾ ਰਾਜਾ ਹੋਇਆ। ਇਹਦੇ ਰਾਜ ਵਿੱਚ ਲੋਕੀ ਬਹੁਤ ਧਰਮ ਕਰਦੇ ਸਨ, ਬਹੁਤ ਧਰਮਾਤਮਾ ਹੋਇਆ, ਪਰ ਵਿਕਾਰ ਤਾਂ ਬਹੁਤਿਆਂ 'ਚ ਹੁੰਦੇ ਹੈਗੇ। ਇੱਕ ਦਿਨ ਸ਼ਿਕਾਰ ਖੇਡਣ ਗਿਆ, ਸ਼ਿਕਾਰ ਖੇਡਣ ਗਿਆ, ਕਿਸੇ ਕਾਰਨ ਕਰਕੇ ਕਿਸੇ ਸੰਤ ਮਹਾਤਮਾ ਰਿਸ਼ੀ ਦਾ ਅਪਮਾਨ ਕਰ ਬੈਠਾ। ਕਿਵੇਂ? ਪਿਆਸ ਲੱਗੀ ਹੋਈ ਸੀ, ਉਹਦੇ ਪਹੁੰਚਿਆ ਰਿਸ਼ੀ, ਪਰਮਾਤਮਾ ਦਾ ਨਾਮ ਜਪ ਰਿਹਾ, ਗੁਰਮੁਖ ਪਿਆਰਾ ਕੋਈ। ਇਹਨੇ ਆਵਾਜ਼ਾਂ ਮਾਰੀਆਂ, ਉਹਦੀ ਸੁਰਤ ਸ਼ਬਦ ਨਾਲ ਜੁੜੀ ਸੀ। ਹੁਣ ਸੁਰਤ ਨੇ ਸੁਣਨਾ ਸੀ, ਸੁਰਤ ਤਾਂ ਪਰਮਾਤਮਾ ਨੂੰ ਸੁਣਦੀ ਪਈ ਸੀ। ਇੱਕ ਟਾਈਮ ਦੇ ਵਿੱਚ ਇੱਕ ਨੂੰ ਸੁਣ ਸਕਦੇ ਹਾਂ, ਇੱਕ ਸਕਿੰਟ ਦੇ ਵਿੱਚ ਕਈਆਂ ਨੂੰ ਸੁਣ ਸਕਦੇ ਹਾਂ, ਪਰ ਇੱਕ ਟਾਈਮ ਦੇ ਵਿੱਚ ਇੱਕ ਨੂੰ ਸੁਣ ਸਕਦੇ ਹਾਂ। ਟਾਈਮ ਹੈ, ਟਾਈਮ ਪੀਰੀਅਡ ਨਹੀਂ ਹੈਗਾ। ਇੱਕ ਪੀਰੀਅਡ 'ਚ ਤਾਂ ਕਈ ਕੰਮ ਕਰ ਸਕਦੇ ਹਾਂ, ਪਰ ਇੱਕ ਟਾਈਮ ਇੱਕ ਕੰਮ। ਹੁਣ ਸੁਰਤ ਪਰਮਾਤਮਾ ਨੂੰ ਸੁਣਦੀ ਪਈ ਹੈ, ਉਹਨੂੰ ਕਿਵੇਂ ਸੁਣੇ ਦੱਸੋ? ਉਹਨੇ ਸੋਚਿਆ ਕਿ ਇਹ ਪਖੰਡ ਕਰਦਾ ਪਿਆ ਮੈਨੂੰ ਵੇਖ ਕੇ, ਇਹਨੂੰ ਡਰਾਵਾਂ, ਇਹ ਡਰ ਕੇ ਜਦੋਂ ਉੱਠੇਗਾ ਫਿਰ ਗੱਲ ਕਰਨਾ। ਲਾਗੇ ਇੱਕ ਮਰਿਆ ਹੋਇਆ ਮੋਇਆ ਸੱਪ ਪਿਆ ਸੀਗਾ। ਗਿਆ, ਆਪਣੇ ਤੀਰ ਦੇ ਨਾਲ ਸੱਪ ਚੁੱਕ ਕੇ ਉਹਦੇ ਗਲ 'ਚ ਪਾ ਲਿਆ, ਵੀ ਜਦੋਂ ਗਲ 'ਚ ਸੱਪ ਪਾਇਆ ਦੇਖੂਗਾ ਡਰ ਕੇ ਅੱਖਾਂ ਖੋਲੇਗਾ। ਹੁਣ ਉਹਦੀ ਸੁਰਤ ਜੁੜੀ ਪਈ ਉਸ ਬ੍ਰਹਮ ਦੇ ਨਾਲ, ਤੇ ਜਦੋਂ ਫਿਰ ਵੀ ਉਹਨੇ ਅੱਖਾਂ ਨਹੀਂ ਖੋਲ੍ਹੀਆਂ ਫਿਰ ਉਹ ਚਲੇ ਗਿਆ। ਕਿਸੇ ਨੇ ਉਸ ਰਿਸ਼ੀ ਦੇ ਲੜਕੇ ਨੂੰ ਕਹਿਤਾ ਕਿ ਤੇਰੇ ਪਿਓ ਦਾ ਅਪਮਾਨ ਕਰਕੇ ਗਿਆ ਕੋਈ, ਮਰਿਆ ਹੋਇਆ ਸੱਪ ਗਲ 'ਚ ਪਾਤਾ, ਮੁਰਦਾ ਗਲ 'ਚ ਪਾਤਾ। ਜਿਹਨੂੰ ਮੱਥਾ ਟੇਕਣਾ ਚਾਹੀਦਾ ਸੀ ਉਹਦਾ ਇੰਨਾ ਅਪਮਾਨ, ਉਹਨੂੰ ਕ੍ਰੋਧ ਆ ਗਿਆ। ਕਹਿੰਦਾ ਜਿਸ ਮਨੁੱਖ ਨੇ ਮੇਰੇ ਪਿਓ ਦਾ ਅਪਮਾਨ ਕੀਤਾ, ਮੈਂ ਸ਼ਰਾਪ ਦਿਨਾ 7ਵੇਂ ਦਿਨ ਤਕਸ਼ਕ ਸੱਪ ਦੇ ਡੰਗਣ ਨਾਲ ਉਹ ਮਰ ਜਾਏਗਾ। ਸਾਧ ਬਚਨ ਅਟਲਾਦਾ। ਸਾਧੂ ਹਰ ਕੌਮ 'ਚ ਹੋਏ ਨੇ, ਹਿੰਦੂਆਂ 'ਚ ਵੀ ਹੋਏ ਨੇ, ਮੁਸਲਮਾਨਾਂ 'ਚ ਵੀ ਹੋਏ ਨੇ, ਈਸਾਈਆਂ 'ਚ ਵੀ ਹੋਏ ਨੇ, ਸਿੱਖਾਂ 'ਚ ਤਾਂ ਬੇਹਿਸਾਬ ਹੋਏ ਨੇਗੇ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਹੁਣ ਸ਼ਰਾਪ ਟਲ ਨਹੀਂ ਸਕਦਾ, ਹੁਣ ਸਾਧ ਸੰਗਤ ਜੀ, ਉਹਨੇ ਸਤ ਸੰਗਤ ਵੀ ਬਹੁਤ ਕੀਤੀ ਸੀ। ਇਹ 7 ਦਿਨਾਂ 'ਚ ਸਤ ਸੰਗਤ ਬਹੁਤ ਕੀਤੀ ਉਹਨੇ। ਜਦੋਂ 7ਵਾਂ ਦਿਨ ਆਇਆ ਨਾ, ਫਿਰ ਆਪਣੀ ਰਕਸ਼ਾ ਦੇ ਵਾਸਤੇ ਪਾਣੀ ਦੇ ਵਿੱਚ ਕੱਚ ਦਾ ਇੱਕ ਮਹਿਲ ਬਣਵਾਇਆ, ਪਾਰਦਰਸ਼ੀ, ਤੇ ਚਾਰੇ ਪਾਸੇ ਬੜੇ ਬਲਵਾਨ ਸੂਰਮੇ ਖੜੇ ਕੀਤੇ, ਸ਼ਕਤੀਆਂ ਨਾਲ ਸੰਪੰਨ, ਕੋਈ ਆ ਨਾ ਸਕੇ ਅੰਦਰ। ਹਵਾ ਵੀ ਪਰਮਿਸ਼ਨ ਲੈ ਕੇ ਅੰਦਰ ਆਵੇ, ਇੰਨੀ ਜ਼ਿਆਦਾ ਸਖਤਾਈ ਕਰ ਦਿੱਤੀ। ਮਹਾਰਾਜ ਬਚਨ ਕਰਦੇ ਆ, ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ। ਚਾਰੇ ਪਾਸੇ ਸੂਰਮੇ ਖੜੇ ਨੇ ਤੇ ਆਪ ਵੀ ਬਹੁਤ ਬਲ ਦੇ ਨਾਲ ਹੈ। ਬਿਕਮ ਥਾਨ ਬਸੰਤ ਊਚੈ ਨਹਿ ਸਿਮਰੰਤ ਮਰਣੰ ਕਦਾਂਚੈ।
ਕਹਿੰਦੇ ਭਾਈ ਬਿਖਮ ਥਾਨ ਬਸੰਤ ਉੱਚਾ, ਐਸੇ ਬਿਖਮ ਥਾਨ ਦੇ ਵਿੱਚ ਰਹਿ ਰਿਹਾ ਤੇ ਸਭ ਤੋਂ ਉੱਚਾ ਬੈਠਾ ਹੈ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਜੇ ਨਹੀਂ ਹੈਗਾ, ਮਰਨਾ ਤਾਂ ਹੈਗਾ ਹੀ ਇੱਕ ਦਿਨ। ਬੰਦਾ ਸੋਚਦਾ ਮੈਂ ਸਦਾ ਰਹਿ ਲਵਾਂ, ਸਦਾ ਤੂੰ ਕਿਵੇਂ ਰਹਿ ਲੇਗਾ ਮੂਰਖਾ, ਇਹ ਸੰਸਾਰ ਨਹੀਂ ਜਦੋਂ ਸਦਾ ਰਹਿ ਸਕਦਾ। ਕਹਿੰਦਾ ਮੇਰੇ ਕੋਲ ਐਡਾ ਵੱਡਾ ਬੰਗਲਾ, ਐਡੀ ਲੰਮੀ ਗੱਡੀ ਹੈ, ਇੰਨਾ ਪੈਸਾ, ਇੰਨੇ ਨੌਕਰ ਨੇ, ਮੈਂ ਤਾਂ ਸਦਾ ਰਹਿ ਲੂੰਗਾ, ਤੂੰ ਕਿਵੇਂ ਸਦਾ ਰਹਿ ਲੂੰਗਾ? ਜਦੋਂ ਸੰਸਾਰ ਹੀ ਨਹੀਂ ਸਦਾ ਰਹਿ ਸਕਦਾ, ਤੂੰ ਸਦਾ ਕਿਵੇਂ ਰਹਿ ਲੇਗਾ? ਨਹੀਂ ਰਹਿ ਸਕਦਾ। ਤੇ ਸਤਿਗੁਰੂ ਜੀ ਬਚਨ ਕਰਦੇ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਉਹ ਸੱਪ ਹੈ ਨਾ ਜਿਹੜਾ, ਕੀੜੀ ਦਾ ਰੂਪ ਧਾਰਨ ਕਰ ਲਿਆ, ਮੱਖੀ ਦਾ ਰੂਪ ਧਾਰਨ ਕਰ ਲਿਆ, ਫੁੱਲਾਂ ਦੇ ਵਿੱਚ ਲੁਕ ਕੇ ਬਹਿ ਗਿਆ, ਸ਼ਕਤੀ ਵਾਲਾ ਸੱਪ ਸੀਗਾ। ਹੁਣ ਉਹ ਸਵੇਰੇ ਸਵੇਰੇ ਭਗਵਾਨ ਦਾ ਪੂਜਨ ਕਰਦਾ ਸੀਗਾ, ਉਹ ਫੁੱਲਾਂ 'ਚ ਵੜ ਗਿਆ। ਜਦੋਂ ਉਹਨੇ ਫੁੱਲਾਂ ਨੂੰ ਆਪਣੇ ਮੱਥੇ ਤੇ ਲਾਇਆ, ਸੱਪ ਆਪਣੇ ਅਸਲੀ ਰੂਪ ਦੇ ਵਿੱਚ ਫਾੜ ਡੰਗ ਮਾਰਿਆ, ਉੱਥੇ ਭੋਗ ਪਾਤਾ। ਉਹ ਪਰਮੇਸ਼ਰ ਪਰਮਾਤਮਾ ਅਰਦਾਸ ਸੁਣ ਕੇ ਗਰਭਵਤੀ ਹਿਰਨੀ ਨੂੰ ਬਚਾ ਸਕਦਾ ਹੈ। ਤੇ ਜਦੋਂ ਜਿਨ ਕੀ ਚੀਰੀ ਦਰਗਹਿ ਫਾਟੀ ਤਿੰਨਾ ਮਰਣਾ ਭਾਈ, ਜਦੋਂ ਪਰਮਾਤਮਾ ਦੇ ਵੱਲੋਂ ਸਵਾਸਾਂ ਦੀ ਡੋਰ ਟੁੱਟ ਗਈ ਤੇ ਫਿਰ ਕੋਈ ਰੱਖ ਨਹੀਂ ਸਕਦਾ। ਕਿੰਨੇ ਇਹਨੇ ਸਾਧ ਸੰਗਤ ਜੇ ਆਪਣੇ ਬਚਣ ਦੇ ਵਾਸਤੇ ਹੀਲੇ ਵਸੀਲੇ ਕੀਤੇ, ਬਚ ਗਿਆ? ਨਹੀਂ ਨਾ, ਨਹੀਂ ਬਚਿਆ। ਇਹੀ ਪ੍ਰੀਖਿਤ ਜਦੋਂ ਗਰਭ ਦੇ ਵਿੱਚ ਸੀ, ਆਪਣੀ ਮਾਂ ਦੇ ਗਰਭ ਦੇ ਵਿੱਚ ਸੀਗਾ, ਤਾਂ ਮੈਦਾਨੇ ਜੰਗ ਦੇ ਵਿੱਚ ਪਾਂਡਵਾਂ ਨਾਲ ਜਦੋਂ ਕੌਰਵ ਲੜ ਰਹੇ ਸਨ, ਉਹਨਾਂ ਵਿੱਚ ਇੱਕ ਸੀਗਾ ਅਸ਼ਵਥਾਮਾ। ਉਹਨੇ ਪਾਂਡਵਾਂ ਨੂੰ ਖਤਮ ਕਰਨ ਦੇ ਲਈ ਬ੍ਰਹਮ ਅਸਤਰ ਛੱਡਿਆ ਕਿ ਪੰਜੇ ਪਾਂਡਵ ਖਤਮ ਹੋ ਜਾਣ ਤੇ ਇੱਕ ਇਹਨਾਂ ਦਾ ਵੰਸ਼ਜ ਹੈ ਉਹ ਖਤਮ ਹੋ ਜੇ। ਅਰਜੁਨ ਦਾ ਲੜਕਾ ਅਭਿਮਨੂ ਹੋਇਆ, ਅਭਿਮਨਿਊ ਦਾ ਲੜਕਾ ਇਹ ਹੋਇਆ, ਅਭਿਮਨਿਊ ਅਰਜੁਨ ਦਾ ਪੋਤਰਾ। ਤੇ ਜਦੋਂ ਤੀਰ ਜਾ ਕੇ ਵੱਜਦਾ ਉਸ ਗਰਭਵਤੀ ਇਸਤਰੀ ਦੇ ਢਿੱਡ 'ਚ, ਉਹਨੂੰ ਪੀੜ ਪੈ ਜਾਂਦੀ ਹੈ, ਬਹੁਤ ਪੀੜ ਹੋ ਜਾਂਦੀ ਹੈ। ਤੇ ਜਦੋਂ ਨਿਰੀਖਣ ਕੀਤਾ ਜਾਂਦਾ, ਵੈਦ ਦੇਖਦੇ, ਰਿਸ਼ੀ ਮੁਨੀ ਦੇਖਦੇ, ਕਹਿੰਦੇ ਭਾਈ ਇਹ ਬੱਚਾ ਨਹੀਂ ਬਚ ਸਕਦਾ, ਇੰਨਾ ਵੱਡਾ ਹਥਿਆਰ ਵੱਜਿਆ ਇਹਨੂੰ, ਇਹਨੂੰ ਕੋਈ ਨਹੀਂ ਬਚਾ ਸਕਦਾ। ਕਹਿੰਦੇ ਕੋਈ ਬਚਾ ਸਕਦਾ? ਕਹਿੰਦੇ ਮਹਾਰਾਜ ਬਚਾ ਸਕਦਾ, ਨਹੀਂ ਤਾਂ ਇਹ ਹਥਿਆਰ ਚੱਲ ਜਾਵੇ ਤੇ ਬੰਦਾ ਨਹੀਂ ਬਚਦਾ, ਇਹ ਤਾਂ ਹੈ ਵੀ ਗਰਭ ਦੇ ਵਿੱਚ। ਤੇ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਜਨਮ ਹੋਇਆ, ਜਿਉਂਦਾ ਬਾਹਰ ਨਿਕਲਿਆ। ਉਹ ਪ੍ਰੀਖਿਤ ਜਿਹਦਾ ਜੀਵਨ ਲਿਖਿਆ ਸੀ, ਮਾਰਨ ਵਾਲੇ ਨੇ ਪੂਰਾ ਜ਼ੋਰ ਲਾਤਾ, ਮਾਰ ਨਹੀਂ ਸਕਿਆ ਕਿਉਂਕਿ ਪ੍ਰਮਾਤਮਾ ਨੇ ਰੱਖ ਲਿਆ। ਇਹ ਪ੍ਰੀਖਿਤ ਰਾਜੇ ਦੀ ਗੱਲ ਕਰ ਰਹੇ ਆ। ਜਦੋਂ ਢਿੱਡ ਦੇ ਵਿੱਚ ਸੀਗਾ, ਜੀਵਨ ਲਿਖ ਦਿੱਤਾ ਗਿਆ, ਮਾਰਨ ਦੀ ਕੋਸ਼ਿਸ਼ ਕੀਤੀ ਗਈ, ਨਹੀਂ ਮਾਰ ਸਕੇ। ਜਦੋਂ ਜੀਵਨ ਸਮਾਪਤ ਹੋ ਗਿਆ, ਫਿਰ ਰੱਖਣ ਦੀ ਕੋਸ਼ਿਸ਼ ਕੀਤੀ ਗਈ, ਕੋਈ ਰੱਖ ਨਹੀਂ ਸਕਿਆਗਾ। ਐਸੇ ਪ੍ਰਮਾਤਮਾ ਨੂੰ ਜਪੋ, ਐਸੇ ਈਸ਼ਵਰ ਨੂੰ ਜਪੋ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਖਰਕ ਤੇ। ਕਹਿੰਦੇ ਜਦੋਂ ਪ੍ਰਮਾਤਮਾ ਵੱਲੋਂ ਹੁਕਮ ਹੋ ਜਾਏ ਨਾ, ਇੱਕ ਕੀੜੀ ਹਾਥੀ ਨੂੰ ਮਾਰਨ ਲਈ ਬਹੁਤ ਹੁੰਦੀ ਹੈ। ਤਾਂ ਕੀ ਕਰਨਾ ਚਾਹੀਦਾ ਹੈ? ਉਹ ਕਹਿੰਦੇ ਮਹਾਰਾਜ ਜੀ ਫਿਰ ਕੀ ਕਰੀਏ? ਸ਼ਬਦੰ ਰਤੰ ਹਿਤੰ ਮਇਆ ਕੀਰਤੰ ਕਾਲੀ ਕਰਮ ਕ੍ਰਿਤਿਆ। ਕਹਿੰਦੇ ਕੀ ਕਰਨਾ ਹੈ? ਸ਼ਬਦੰ ਰਤੰ, ਰਤੇ ਜਾਓ ਸ਼ਬਦ ਦੇ ਨਾਲ। ਇੰਨਾ ਜਪੋ, ਇੰਨਾ ਜਪੋ, ਇੰਨਾ ਜਪੋ, ਜਪਦੇ 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 ਸ਼ਬਦ ਹੀ ਬਣ ਜਾਓ। ਕਿਵੇਂ ਬਣ ਜਾਓ? ਸ਼ਬਦ ਕਿਵੇਂ ਬਣ ਜਾਓ? ਜੰਗਲ ਦੇ ਵਿੱਚ ਇੱਕ ਸਿਲਾ ਹੈ ਜਿਹਦਾ ਨਾਮ ਹੈ ਮਦਾਲਸਾ। ਉਹਦੇ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਉਹ ਬਿਲਕੁਲ ਸ਼ੀਸ਼ੇ ਦੇ ਵਾਂਗ ਹੈ, ਕੱਚ ਦੇ ਵਾਂਗ ਹੈ। ਉਹਦੇ ਵਿੱਚ ਮੂੰਹ ਦੇਖਿਆ ਜਾ ਸਕਦਾ। ਕੋਈ ਵੀ ਪੱਥਰ ਲੈ ਲਓ ਤੁਸੀਂ, ਉਹ 'ਚ ਮੂੰਹ ਦੇਖ ਸਕਦੇ ਹੋਗੇ। ਉਹਨਾਂ ਦੋਨਾਂ ਪੱਥਰਾਂ ਨੂੰ ਰਗੜਨਾ ਸ਼ੁਰੂ ਕਰ ਦਿਓ, ਬਹੁਤ ਰਗੜੋ, ਪਲੇਨ ਹੋ ਕੇ ਫਿਰ ਵੀ ਰਗੜੀ ਜਾਓ, ਰਗੜੀ ਜਾਓ, ਰਗੜੀ ਜਾਓ, ਰਗੜੀ ਜਾਓ। ਇੱਕ ਟਾਈਮ ਉਹ ਚਮਕ ਪੈਣਗੇ, ਉਹ 'ਚ ਤੁਹਾਨੂੰ ਆਪਣਾ ਅਕਸ਼ ਦਿਖੇਗਾ। ਗੁਰਦੁਆਰੇ ਸਾਹਿਬਾਨ ਦੇ ਵਿੱਚ ਜੋ ਧਰਤੀ ਤੇ ਪੱਥਰ ਲੱਗਿਆ ਹੁੰਦਾ, ਜਦੋਂ ਪੋਲਿਸ਼ ਕਰ ਦਿੰਦੇ ਆ ਆਪਾਂ, ਉਹਨੂੰ ਆਪਣਾ ਅਕਸ਼ ਦਿਖਦਾ ਨਾ, ਐਵੇਂ ਉਹ ਪੱਥਰ ਮਦਾਲਸਾ।
ਮਦਾਲਸਾ ਦੇ ਸਾਹਮਣੇ ਸਾਰੇ ਪੰਛੀ ਜਾਨਵਰ ਪਸ਼ੂ ਆਉਂਦੇ ਤੇ ਆਪਣਾ ਚਿਹਰਾ ਵੇਖ ਕੇ ਬੜੇ ਖੁਸ਼ ਹੁੰਦੇ, ਬੜੇ ਖੁਸ਼ ਹੁੰਦੇ। ਮਦਾਲਸਾ ਸੋਚਦੀ ਹੈ, ਪੱਥਰ ਸੋਚਦੀ ਹੈ ਮਦਾਲਸਾ ਕਿ ਮੈਂ ਕਿਸੇ ਨੂੰ ਆਪਣਾ ਅਪਣਾ ਲਵਾਂ, ਕਿਸੇ ਨੂੰ ਅਪਣਾ ਲਵਾਂ। ਇਹ ਪ੍ਰਮਾਣ ਹੈ ਕਾਲਪਨਿਕ, ਸੱਚਾ ਨਹੀਂ ਹੈ, ਕਾਲਪਨਿਕ ਹੈ, ਸਿਰਫ ਸਮਝਾਉਣ ਵਾਸਤੇ ਹੈ। ਹੁਣ ਉਹਨੇ ਸੋਚਿਆ ਕਿ ਮੈਂ ਕਿਹਦਾ ਧਿਆਨ ਧਰਾਂ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਹੈ। ਸੋਚਦੇ 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 ਉਹਨੇ ਮੋਰ ਬਾਰੇ ਸੋਚਿਆ। ਮੋਰ ਜਤੀ ਸਤੀ ਹੁੰਦਾ, ਮੋਰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ, ਬੜਾ ਸ਼ੁਭ ਮੰਨਿਆ ਜਾਂਦਾ। ਹੁਣ ਮੋਰ ਦਾ ਧਿਆਨ ਧਰਦੀ ਹੈ, ਬਸ ਮੋਰ ਦੇ ਬਾਰੇ ਸੋਚਦੀ ਹੈ, ਮੋਰ ਦੇ ਰੂਪ ਰੰਗ ਬਾਰੇ ਸੋਚਦੀ ਹੈ। ਇੰਨਾ ਧਿਆਨ ਧਰਿਆ, ਇੰਨਾ ਧਿਆਨ ਧਰਿਆ, ਧਿਆਨ ਧਰਦੇ ਧਰਦੇ ਮੋਰ ਰੂਪ ਹੋ ਗਈ। ਹੁਣ ਕਬੂਤਰ ਆ ਕੇ ਆਪਣਾ ਅਕਸ਼ ਵੇਖਣ ਲੱਗਦਾ ਤੇ ਉਹਨੂੰ ਮੋਰ ਨਜ਼ਰ ਆਉਂਦਾ। ਕੋਇਲ ਆ ਕੇ ਆਪਣਾ ਸਰੀਰ ਵੇਖਦੀ ਹੈ, ਪਰਛਾਵਾਂ ਦੇਖਦੀ ਹੈ ਉਸ ਕੱਚ ਦੇ ਵਿੱਚ, ਉਹਨੂੰ ਮੋਰ ਨਜ਼ਰ ਆਉਂਦਾ। ਸ਼ੇਰ ਆਂਦਾ ਉਹਨੂੰ ਮੋਰ ਨਜ਼ਰ ਆਉਂਦਾ, ਹਾਥੀ ਆਂਦਾ ਉਹਨੂੰ ਮੋਰ ਨਜ਼ਰ ਆਉਂਦਾ। ਸਾਰੇ ਪਸ਼ੂ ਪੰਛੀ ਜਾਨਵਰ ਆਉਂਦੇ ਆਪਣਾ ਅਕਸ਼ ਵੇਖਣ, ਉਹਨਾਂ ਨੂੰ ਦਿਖਦਾ ਹੀ ਮੋਰ ਹੈਗਾ, ਮੋਰ ਦਿਖਦਾ ਹੈਗਾ। ਉਹ ਮੋਰ ਕੋਲ ਗਏ, ਕਹਿਣ ਲੱਗੇ ਮਦਾਲਸਾ ਤੇਰਾ ਧਿਆਨ ਧਰ ਰਹੀ ਹੈ, ਇੰਨਾ ਧਿਆਨ ਧਰਿਆ ਤੇਰਾ, ਇੰਨਾ ਧਿਆਨ ਧਰਿਆ, ਤੇਰਾ ਰੂਪ ਹੀ ਹੋ ਗਈ ਆ, ਹੁਣ ਕੋਈ ਹੋਰ ਦਿਖਦਾ ਹੀ ਨਹੀਂਗਾ, ਇਕੱਲਾ ਉਹਨੂੰ ਮੋਰ ਹੀ ਦਿਖ ਰਿਹਾ। ਮੋਰ ਪਹੁੰਚਿਆ, ਪ੍ਰੇਮ ਦੇ ਵਿੱਚ ਵਿਵਲ ਹੋ ਗਈ ਮਦਾਲਸਾ, ਪਾਣੀ ਰੂਪ ਬਣ ਗਈ, ਮੋਰ ਪੀ ਗਿਆ, ਅਰਥਾਤ ਮੋਰ ਦਾ ਰੂਪ ਹੋ ਗਈ। ਇਹ ਪ੍ਰਮਾਣ ਹੈ। ਸਤਿਗੁਰੂ ਜੀ ਬਚਨ ਕਰਦੇ ਹੈ ਕਿ ਭਾਈ ਸ਼ਬਦੰ ਰਤੰ, परमात्मा का शब्द जपदे 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 तू करता तू हुआ, मुझ में रही ना हो। जब आपा परका मिट गया, जय देखा थे तो ही मोही मोही तो ही अंतर कैसा। दसो मारे की अंतर है, कनक कटक जल तरंग जैसा, कोई फर्क नहीं है। अलंकार मिल थैली हुई है, पहला सोना सी फिर गहने बन गए, हुण गहने नूं अग च सुट्टदा फिर सोना रह गया। मिट्टी तो बर्तन बन गए, बर्तन तो मिट्टी बन गए, मारे की फर्क हैगा, कुछ नहीं हैगा। शब्दंग रतंग कहने शब्द जपदे 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 तुहाडा जीवन शब्द बन जे। हितंग मया सारियां ते कृपा करो, सारियां ते दया करो। कीर्तं कली कर्म कृत्या, इस कलयुग दे विच सब तो चंगा कर्म की है, परमात्मा दी कीर्ति करो, ओदी उपमा करो, परमेश्वर का जस गाओ। जपजी साहब पढ़ना वह जस गाना, सुखमणी साहब पढ़ना वह भी जस गाना, सहज पाठ करते हो भी जस गाना, सवेरे शाम नितनेम जस गाना, सिमरन करना जस गाना, सारा कुछ तो परमात्मा की कीर्ति करना हैगा। मिटंत तत्रागत भरम मोहं, कहते दा फायदा की हुंदा है, तेरे अंदर जिहड़ा भरम है, भरम दे करके जिहड़ा मोह है, मोह दे करके जिहड़ा डर पैदा होया खत्म हो जाएगा। एक परमात्मा तेरा है, तू इन्हां नूं अपना मन के बह गया, भरम पै गया। महाराज तेरा अपना है, तेनू भरम पै गया, तू इन्हां नूं अपना मन के बह गया, भरम पै गया। भरम करके इन्हां नूं अपना बन के बह गया, मोह पै गया, फिर डर लगा रहिंदा, हाय मेरी घर वाली ना मर जे, मेरा मुंडा ना मर जे, मेरा पति ना मर जे, मैं ना मर जा। ये जिहड़ा मोह करके डर पैदा हुंदा है, सतगुरु जी बचन करदे मिटंत सब खत्म हो जाता जब तू शब्द नूं जपदा हैगा। भगवान रमणं सर्वत्र थान्यं, कहते हो अकाल पुरख पार ब्रह्म परमेश्वर परमात्मा हर जगह हर समय है। पति हर जगह होएगा साडा, माँ प्यो साडे हर जगह होणगे, साडी इस्त्री हर जगह होएगी। इस्त्री घर बैठी होंदे, बंदे दा बाहर एक्सीडेंट हो जाता है, बंदा बाहर काम ते गया होंदा, इस्त्री घर ही मर जाती हैगी, सिलेंडर पाड़ जाते, कई बार कुछ भी हो सकता है, हार्ट अटैक हो सकता है। माँ प्यो घर बैठे, बच्चे का बाहर एक्सीडेंट हो जाएगा, वो सर्वत्र तो नहीं हैगी, परमेश्वर सर्वत्र हैगा। ऐसे परमात्मा दे नाल प्रेम पाओ। कहते दृष्ट तोयं अमोघ दर्शनं बसंत साध रसना, परमात्मा के दर्शन अमोघ ने। जब दर्शन हो गए ना
ਤਾਂ ਸਾਧ ਸੰਗਤ ਜੀ ਸੰਸਾਰ ਦੀ ਸੁੱਧ ਬੁੱਧ ਖਤਮ ਹੋ ਜਾਂਦੀ ਹੈ। ਦਰਸ਼ਨ ਦੇਖਤ ਹੀ ਸੁੱਧ ਕਿਨ ਸੁੱਧ ਰਹੇ, ਬੁੱਧ ਕਿਨ ਬੁੱਧ ਰਹੇ, ਮਤ ਕਿਨ ਮਤ ਹੈ। ਸਾਰੇ ਪਾਪ ਦੂਰ ਹੋ ਜਾਂਦੇ, ਕਰਮਾਂ ਦਾ ਨਾਸ ਹੋ ਜਾਂਦਾ ਹੈ। ਐਸੇ ਪ੍ਰਮਾਤਮਾ ਦੇ ਦਰਸ਼ਨ ਨੇ ਕਿ ਤੇ ਐਸਾ ਪ੍ਰਮਾਤਮਾ ਵਸਦਾ ਕਿੱਥੇ ਹੈ? ਸਾਧੂਆਂ ਦੀ ਰਸਨਾ ਤੇ ਹੈ, ਗੁਰਮੁਖਾਂ ਦੀ ਰਸਨਾ ਤੇ ਹੈ, ਰੱਬ ਦੇ ਪਿਆਰਿਆਂ ਦੀ ਰਸਨਾ ਤੇ ਹੈ। ਭੇਖ ਦੇ ਵਿੱਚ ਪ੍ਰਮਾਤਮਾ ਨਹੀਂ ਹੈਗਾ ਕਿ ਜਿਵੇਂ ਅਸੀਂ ਭੇਖ ਧਾਰਨ ਕਰ ਲਿਆ ਪ੍ਰਮਾਤਮਾ ਸਾਡਾ ਹੀ ਰਜਿਸਟਰਡ ਹੋ ਗਿਆ ਨਾ, ਐਸਾ ਕੁਝ ਨਹੀਂ ਹੈਗਾ। ਇਹ ਤਾਂ ਸਾਧ ਸੰਗਤ ਜੀ ਨੇ ਪ੍ਰੇਮ ਪਾਇਆ, ਭਾਵੇਂ ਉਹ ਗ੍ਰਸਥ ਦੇ ਵਿੱਚ ਹੈ, ਭਾਵੇਂ ਪੈਂਟਾ ਕਮੀਜ਼ਾ ਪਾ ਰਿਹਾ, ਕੁੜਤਾ ਪਜਾਮਾ ਪਾ ਰਿਹਾ, ਧੋਤੀ ਲਾ ਰਿਹਾ, ਚਾਦਰ ਲਾ ਰਿਹਾ, ਨਾਗਾ ਤੁਰਿਆ ਫਿਰਦਾ, ਬਾਣਾ ਪਾਇਆਗਾ, ਪਰਮਾਤਮਾ ਉਹਦੀ ਰਸਨਾ ਤੇ ਹੈ ਜਿਹਨੇ ਕਮਾਈ ਕੀਤੀ ਹੈ। ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ, ਹਰ 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 ਹਰੇ ਨਾਨਕ ਪ੍ਰਿਯੰ ਜਾਪ ਜਪਨਾ। ਕਹਿੰਦੇ ਭਾਈ ਉਸ ਪਰਮਾਤਮਾ ਨੂੰ ਜਪੋ, ਸਾਰਿਆਂ ਦਾ ਪਿਆਰਾ, ਸਾਰਿਆਂ ਦਾ ਪਿਆਰਾ, ਸਾਰਿਆਂ ਦਾ ਪਿਆਰਾ। ਸੋ ਅੱਜ ਦੇ ਦੀਵਾਨਾਂ ਵਿੱਚ ਆਪਾਂ ਸਾਧ ਸੰਗਤ ਜੀ 8 ਨੰਬਰ ਸ਼ਲੋਕਾਂ ਤੱਕ ਵਿਚਾਰ ਕੀਤੀ ਹੈ। 4 ਕੱਲ ਸੀ ਤੇ 4 ਅੱਜ ਹੋ ਗਏ। ਤੇ ਅੱਜ ਦੇ ਦੀਵਾਨਾਂ ਵਿੱਚ ਆਪਾਂ ਕੀ ਵਿਚਾਰ ਕੀਤੀ ਹੈ ਕਿ ਜਿਹਨੂੰ ਪਰਮਾਤਮਾ ਹੱਥ ਦੇ ਕੇ ਰੱਖਦਾ ਉਹਨੂੰ ਕੋਈ ਮਾਰ ਨਹੀਂ ਸਕਦਾ, ਜਿਹਨੂੰ ਪਰਮਾਤਮਾ ਨੇ ਮਾਰਨਾ ਉਹਨੂੰ ਕੋਈ ਬਚਾ ਨਹੀਂ ਸਕਦਾ। ਤੇ ਉਹ ਪਰਮਾਤਮਾ ਉੱਚਾ ਹੈ, ਗੁਣਾ ਕਰਕੇ ਉੱਚਾ ਹੈ, ਸਰਬੱਗ ਹੈ। ਤੇ ਉਹ ਪਰਮਾਤਮਾ ਕਿੱਥੇ ਰਹਿੰਦਾ ਹੈ? ਸਤ ਸੰਗਤ ਵਿੱਚ ਰਹਿੰਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਸਾਧ ਸੰਗਤ ਬੈਕੁੰਠੇ ਆਹੇ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪ੍ਰਭੂ ਜੀ ਕਿੱਥੇ ਵਸਦੇ? ਸਤ ਸੰਗਤ ਵਿੱਚ ਵਸਦੇ। ਸੋ ਐਸੇ ਪਰਮਾਤਮਾ ਨੂੰ ਕਿਤੇ ਲੱਭਣ ਜਾਵਾਂਗੇ ਤੀਰਥਾਂ ਤੇ ਨਹੀਂ ਮਿਲਨੇ ਮਹਾਰਾਜ। ਸਤ ਸੰਗਤ ਵਿੱਚ ਆ ਕੇ ਬਹਿ ਜਾਓ, ਬਸ ਸੰਗਤ ਦੇ ਵਿੱਚ ਗਾਈ ਚੱਲੋ, ਜਪੀ ਚੱਲੋ, ਜਪੀ ਚੱਲੋ, ਜਪੀ ਚੱਲੋ। ਜਪਣ ਦਾ ਹੰਕਾਰ ਨਹੀਂ ਕਰਨਾ, ਗਾਣ ਦਾ ਹੰਕਾਰ ਨਹੀਂ ਕਰਨਾ। ਬਸ ਬਾਲਕ ਬੁੱਧ ਲੈ ਕੇ ਜਪੋ ਪਰਮਾਤਮਾ, ਐਸੀ ਕਿਰਪਾ ਹੋ ਜਾਏਗੀ। ਸੁਣਨ ਦਾ ਹੰਕਾਰ ਨਹੀਂ ਕਰਦਾ। ਮੈਨੂੰ ਤਾਂ 25 ਸਾਲ ਹੋ ਗਏ ਸੁਣਦੇ ਨੂੰ ਨਾ। ਜਦੋਂ ਸੁਣੋ ਇਹੀ ਸੋਚ ਕੇ ਸੁਣੋ, ਅੱਜ ਹੀ ਸੁਣਦਾ ਪਿਆ, ਅੱਜ ਹੀ ਸੁਣਦਾ ਪਿਆ। ਜਦੋਂ ਸੁਣੋ ਸ਼ੁਕਰਾਨਾ ਕਰੀਏ ਕਿ ਮਹਾਰਾਜ ਤੂੰ ਸਤ ਸੰਗਤ ਬਖਸ਼ਤੀ। ਨਹੀਂ ਮੈਂ ਤਾਂ ਇਸ ਲਾਇਕ ਹੀ ਨਹੀਂ ਹੈਗਾ ਤੇਰੀ ਸੰਗਤ ਵਿੱਚ ਬਹਿ ਜਾਵਾਂ। ਹੰਕਾਰ ਨਹੀਂ ਚੁੱਕਣਾਗਾ। ਮੈਨੂੰ 5 ਸਾਲ ਹੋਏ ਕਥਾ ਸੁਣਦਿਆਂ ਨੂੰ, 25 ਸਾਲ ਹੋ ਗਏ, ਮੈਨੂੰ 50 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ। ਕਈ ਬੰਦੇ ਕਹਿੰਦੇ ਮੈਨੂੰ 15 ਸਾਲ ਹੋ ਗਏ ਆਹ ਸੇਵਾ ਮੈਂ ਹੀ ਕਰ ਰਿਹਾ। ਹੱਦ ਹੋ ਗਈ। ਤੂੰ ਹੀ ਗੁਰਦੁਆਰਾ ਚਲਾਈ ਫਿਰਦਾ ਭਾਈ, ਤੂੰ ਹੀ ਸੇਵਾ ਕਰਦਾ। ਇਹ ਧਰਮ ਚੱਲਦਾ ਹੀ ਤੇਰੇ ਕਰਕੇ। ਹੰਕਾਰ ਨਹੀਂ ਕਰਨਾ, ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ। ਤਾਂ ਫਿਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਸੋ ਕੱਲ ਦੇ ਦੀਵਾਨਾਂ ਵਿੱਚ 9ਵਾਂ ਜਿਹੜਾ ਸ਼ਲੋਕ ਹੈ ਉਹਦੇ ਆਪਾਂ ਵਿਚਾਰ ਕਰਾਂਗੇ। ਬੜਾ ਪਿਆਰਾ ਸ਼ਲੋਕ ਹੈ। ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖਤਰ ਗਗਨੰ, ਕਟੰਤ ਬਸੁਦਾ ਗਿਰ ਤਰ ਸਿਖੰਡਣੰ, ਕਟੰਤ ਲਲਨਾ ਸੁਤ ਪ੍ਰਾਤ ਹਿਤੰ, ਕਟੰਤ ਕਨਕ ਮਾਨਿਕ ਮਾਇਆ ਸਵੈਰੂਪੰ, ਨਹਿ ਕਟੰਤ ਕੇਵਲ ਗੋਪਾਲ ਅਚੁਤ ਅਸਿਰੰ ਨਾਨਕ ਸਾਧ ਜਨ। ਕੱਲ ਆਪਾਂ ਇਹ ਸ਼ਲੋਕ ਦੀ ਵਿਚਾਰ ਕਰਨੀ ਹੈ। ਸੋ ਆਓ ਸ਼ੁਕਰਾਨਾ ਕਰੀਏ ਪਰਮਾਤਮਾ ਦਾ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਦ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਤੁਮਰੀ ਗਤ ਮਿਤ ਤੁਮ ਹੀ ਜਿਆਨੀ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰਗੋਬਿੰਦ ਨੌ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। 10 ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਤ ਕੀਤਾ ਤਿਨਾਂ ਪਿਆਰਿਆਂ ਸਚਾਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੀਆਂ ਚੜ੍ਹੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀਆਂ ਸੇਵਾ ਹਿਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ। ਪ੍ਰਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। श्री अमृतसर साहिब जी के दर्शन स्नान, चौकियां झंडे बुंगे, जुगो जुगा टल धर्म का जयकार वे बोलना जी। आप जी दे सिखां दा मान नीवा, मत उची मत दा राखा, आप अकाल पुरख वाहिगुरु अपने पंथ देश दा सहाई दातार जियो। श्री ननकाना साहिब अते होर गुरु धामां जिन्हां तो खालसा पंथ नूं विछोड़िया गया है, तिन्हां दे खुले दर्शन दीदार सेवा संभालदा दान खालसा जी नूं बख्शना है। निमाणियां दे मान, निताणियां दे तार, निओटियां दे ओट। सचे पिता वाहिगुरु जीओ, धन धन साहिब श्री गुरु ग्रंथ साहिब जी महाराज आप जी दे हजूर। समूह संगतां वल्लों हथ जोड़ के विनम्रता सहित अरदास बेनती जोजड़ी शुकराना कीता जांदा है। आप जी दे अपार किरपा दृष्टि सदका आप जी दे हजूर अमृत वेले तो सजे पवित्र दीवाना दे विच आसा की वार दे कीर्तन, गुर शब्द की कथा विचार, 6 पौड़ियां नंद साहब जी दे जाप होए हन। बाणी पढ़दियां हजूरी दे विच विचरदियां, सेवा करदियां अनेकां प्रकार दियां होईयां भुल्लां चुकां दी खिमा बख्शिश करना जी। आप जी दे दर ते जो भी संगत दूरों नेड़ियों चल के आई, सब संगतां दी हाजरी प्रवान करन दी किरपालता करना। सरबत संगतां दे सिर ते अपना मेहर भरिया हथ रखना। दरों घरों गुरसिੱਖੀ जीवन दान, नाम बाणी दियां दातां बख्शिश करना। बख्शिश कीतियां होईयां दातां विचों आप जी दे हजूर पवित्र अमृतमई कड़ा प्रसाद दी देख सदके हाजिर आप जी किरपा करके प्रवान करना। प्रवान होया प्रसाद समूह संगत विच वरते जो छके। सतनाम वाहिगुरु 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 जपे किरपा करो। पावन पवित्र हुक्मनामा बख्शिश करके निहाल करन दी किरपालता करना जी। सेई गुरमुख प्यारे मेलना, जिन्हां मेलिया आप जी का नाम जितावै, नानक नाम चढ़दी कला, तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की, सब सिखन को हुक्म है। गुरु ग्रंथ जी मान्यो, जो प्रभु को मिल बोच है। राज करेगा खालसा, ख्वार हुए सब मिलेंगे। ख्वार हुए सब मिलेंगे। बोले सो निहाल। वाहिगुरु जी का खालसा वाहिगुरु जी की फतेह। ज्ञान त्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। सतनाम
श्री वाहिगुरु साहिब जीओ। तनासरी महला चौथा। इच्छा पूरक सर्ब सुख दाता हर, जाकै वस है काम तिना। सो ऐसा हर ध्याइयै मेरे जियड़े, तां सर्ब सुख पावह मेरे मना। इच्छा पूरक सर्ब सुख दाता हर, जाकै वस है काम तिना। सो ऐसा हर ध्याइयै मेरे जियड़े, तां सर्ब सुख पावह मेरे मना। जप मन सतनाम सदा सतनाम, हलत पलत मुख उजल होई है। नित ध्याइयै हर पुरख निरंजना रहाओ। जह हर सिमरन भया तह उपाद गत कीनी। वड भागी हर जपना, जन नानक को गुर एहि मत दीनी। जप हर भव जल तरना, जह हर सिमरन भया तह उपाद गत कीनी। वड भागी हर जपना, जन नानक को गुर एहि मत दीनी। जप हर भव जल तरना। वाहिगुरु जी का खालसा, वाहिगुरु जी की फतेह। तनासरी महला चौथा। इच्छा पूरक सर्ब सुख दाता हर, जाकै वस है काम तेना। सो ऐसा हर ध्याइयै मेरे जियड़े, तां सर्ब सुख पावह मेरे मना। वाहिगुरु जी का खालसा, वाहिगुरु जी की फतेह। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। वाहिगुरु जी का खालसा, वाहिगुरु जी की फतेह।